ਜਥੇਬੰਦੀ ਨੇ ਇੱਕ ਰਣਨੀਤੀ ਬਣਾਈ ਸੀ ਭੁੱਖ ਹੜਤਾਲ ਦੀ। ਉੱਥੇ ਸਾਡੀਆਂ ਮਾਤਾਵਾਂ ਵੀ ਤੁਹਾਡੇ ਸਟੇਜ ਦੇ ਅੱਗੇ ਬੈਠੀਆਂ ਸੀ। ਬੜੀ ਵਧੀਆ ਰਣਨੀਤੀ ਸੀ ਅੱਜ ਭੁੱਖ ਹੜਤਾਲ ਦੀ, ਸਮਾਪਤ ਕੀਤੀ ਸ਼ਾਂਤੀਪੂਰਵਕ ਤਰੀਕੇ ਨਾਲ, ਅਰਦਾਸ ਕੀਤੀ ਹੈ। ਪਰ ਸਰਕਾਰ ਤੇ ਇਸ ਦਾ ਕੀ ਅਸਰ ਹੈ? ਤੁਹਾਡਾ ਜਿਹੜਾ ਐਡਾ ਵੱਡਾ ਫੈਸਲਾ ਸੀਗਾ ਅੱਜ ਦਾ, ਅੱਜ ਸਮਾਪਤ ਕੀਤੀ ਹੈ ਭੁੱਖ ਹੜਤਾਲ, ਕੀ ਕਹੋਗੇ? ਦੇਖੋ, ਇਹਨੂੰ ਐ ਨਹੀਂ ਮੰਨਣਾਗਾ ਵੀ ਇਹਨੂੰ ਸਮਾਪਤ ਕੀਤੀ ਅਸੀਂ। ਇਹ ਸਾਡਾ ਸੀ ਇੰਨੇ ਟਾਈਮ ਤੱਕ, ਸਵੇਰ ਮਤਲਬ 8 ਵਜੇ ਤੋਂ ਲੈ ਕੇ 5 ਵਜੇ ਤੱਕ ਸਮਾਪਤ ਹੋ ਜਾਣੀ ਸੀ। ਸਮਾਪਤ ਕੀਤੀ ਨਹੀਂ, ਹੋ ਜਾਣੀ ਸੀ, ਟਾਈਮ ਹੀ ਇੰਨਾ ਰੱਖਿਆ ਸੀ। ਅੱਗੇ ਦੀ ਜਿਹੜੀ ਗੱਲ ਹੈ, ਇਹ ਜਿਹੜੀ ਸਰਕਾਰ ਤੇ ਅਸਰ ਹੈ, ਸਰਕਾਰ ਨੇ ਮਹਿਸੂਸ ਕਰਨਾ ਹੈ। ਲੇਕਿਨ ਸਾਡਾ ਕੀ ਮਤਲਬ ਹੈ ਕਿ ਅਸੀਂ ਅੰਦੋਲਨ ਪੀਸਫੁਲੀ ਆਪਣੇ ਸਰੀਰ ਤੇ ਤਕਲੀਫ ਝੇਲ ਲਾਂਗੇ, ਲੇਕਿਨ ਸਰਕਾਰ ਨੂੰ ਕਿਸੇ ਤਰ੍ਹਾਂ ਦੀ ਹੋ ਹੱਲਾ ਨਹੀਂ ਹੋਣ ਦੇਵਾਂਗੇ। ਉਸ ਗੱਲ ਨੂੰ ਧਿਆਨ 'ਚ ਰੱਖਦਿਆਂ ਪੀਸਫੁਲੀ ਅਸੀਂ ਮਤਲਬ ਭੁੱਖ ਹੜਤਾਲ ਕੀਤੀ ਸੀ। ਪਰ ਇਸ ਦੀ ਸਰਕਾਰ ਦਾ ਕੀ ਅਸਰ ਹੈ? ਜੇ ਆਪਾਂ ਇੱਕ ਅਸਰ ਦੀ ਗੱਲ ਕਰੀਏ, ਬੜਾ ਵੱਡੀ ਗੱਲ ਹੈ, ਅਸਰ ਸਰਕਾਰ ਤੇ ਕੀ ਹੈ ਇਸ ਦਾ? ਜੇ ਇੱਕ ਸ਼ੁਰੂਆਤ ਆਪਾਂ ਕਰ ਲਈ ਹੈ, ਪਰ ਅਸਰ ਕੀ ਹੈ, ਤੁਸੀਂ ਕਿਵੇਂ ਦੇਖਦੇ ਹੋ? ਮੈਂ ਦੱਸਦਾ, ਸ਼ਾਂਤਮਈ ਅੰਦੋਲਨ ਦਾ ਪੀਸਫੁਲੀ ਭੁੱਖ ਹੜਤਾਲ 'ਚ ਚਲੇ ਜਾਣਾ ਤੇ ਭੁੱਖ ਹੜਤਾਲ ਤੋਂ ਅੱਗੇ ਮਰਨ ਵਰਤ 'ਚ ਚਲੇ ਜਾਣਾ ਜੀ, ਇਹਨਾਂ ਦੀ ਬਾਹਰਲੇ ਕੰਟਰੀਆਂ 'ਚ ਬਦਨਾਮੀ ਹੋਏਗੀ, ਬੁਰਾ ਹਾਲ ਹੋਏਗਾ। ਟਰੂਡੋ ਨੇ ਇੱਥੋਂ ਤੱਕ ਕਹਿ ਦਿੱਤਾ ਇਹਨਾਂ ਨੂੰ ਕਿ ਅਗਰ ਕਿਸਾਨਾਂ ਦੇ ਨਾਲ ਧੱਕਾ ਕੀਤਾ ਜਾਂ ਕਿਸਾਨਾਂ ਦੀ ਨਾ ਮੰਨੀ ਤਾਂ ਅਸੀਂ ਤੈਨੂੰ ਆਪਦੇ ਦੇਸ਼ 'ਚ ਵੜਨ ਨਹੀਂ ਦੇਵਾਂਗੇ। ਕਿੱਡਾ ਵੱਡਾ ਉਹਨਾਂ ਨੇ ਮਤਲਬ ਚਪੇੜ ਮਾਰਤੀ ਸਾਡੇ ਪ੍ਰਧਾਨ ਮੰਤਰੀ ਦੇ। ਤੇ ਸਾਰੇ ਦੇਸ਼ਾਂ ਦੇ ਵਿੱਚ ਹੁਣ ਮਤਲਬ ਪ੍ਰੋਟੈਸਟ ਹੋਣਾ ਸ਼ੁਰੂ ਹੋਇਆ। ਜਦੋਂ ਸਾਰੇ ਦੇਸ਼ਾਂ 'ਚ ਪ੍ਰੋਟੈਸਟ ਹੋ ਰਿਹਾ, ਉਸ ਵੇਲੇ ਆਟੋਮੈਟਿਕ ਹੈ ਗੱਲ ਇਹ ਕਿ ਸਾਰੇ ਦੇਸ਼ਾਂ ਤੋਂ ਦਬਾਅ ਬਣੇਗਾ ਸਰਕਾਰ ਦੇ। ਜਦੋਂ ਦਬਾਅ ਬਣੇਗਾ, ਸਰਕਾਰ ਆਪਣੇ ਟਿਕਾਣੇ ਤੇ ਆਏਗੀ। ਜਗਜੀਤ ਸਿੰਘ ਜੀ, ਜਿਵੇਂ ਕਿ ਚਾਹੇ ਤੁਸੀਂ ਅੱਜ ਭੁੱਖ ਹੜਤਾਲ ਰੱਖੀ ਸੀ, ਪਰ ਸਾਡੇ ਕਈ ਕਿਸਾਨ ਵੀ ਇਹੋ ਜਿਹੇ ਜਿਹੜੇ ਟਰਾਲੀਆਂ ਦੇ ਵਿੱਚ ਬੈਠੇ ਆ ਬੜੀ ਦੂਰ ਦੂਰ ਤੱਕ, ਉਹ ਵੀ ਤੁਹਾਡੇ ਨਾਲ ਅੱਜ ਡਟੇ ਹੋਏ ਸੀ। ਉਹਨਾਂ ਵੀ ਉਦੋਂ ਹੀ ਸਮਾਪਤੀ ਕੀਤੀ। ਉਹਨਾਂ ਕਿਸਾਨ ਵੀਰਾਂ ਬਾਰੇ ਕੀ ਕਹੋਗੇ? ਉਹ ਕਿਸਾਨ ਮਾਤਾਵਾਂ ਬਾਰੇ ਕੀ ਕਹੋਗੇ ਜਿਹੜੇ ਤੁਹਾਡੇ ਸੰਘਰਸ਼ ਦੇ ਨਾਲ ਮੋਢਾ ਜੋੜ ਕੇ ਖੜੇ ਆ? ਦੇਖੋ, ਮੈਨੂੰ ਇਹ ਲੱਗਦਾ ਸੀਗਾ ਅਸੀਂ ਮਰਨ ਵਰਤ ਤੇ ਬੈਠਣ ਦੀ ਸੋਚ ਰਹੇ ਸੀ। ਸਾਨੂੰ ਇਹ ਡਰ ਲੱਗਦਾ ਹੈ ਕਿ ਜਦੋਂ ਅਸੀਂ ਇਹ ਫੈਸਲਾ ਲਵਾਂਗੇ ਨਾ, ਪਤਾ ਨਹੀਂ ਕਿੰਨੇ ਜਿਹੜੇ ਟਰਾਲੀਆਂ 'ਚ ਬੈਠੇ ਨੇ, ਕਿੰਨੀਆਂ ਬੀਬੀਆਂ ਜਿਹੜੇ ਉਹ ਇਹ ਫੈਸਲਾ ਲੈਣਗੇ। ਸਾਨੂੰ ਇਸ ਗੱਲ ਤੋਂ ਡਰਦੇ ਅਸੀਂ ਸਾਥੋਂ ਇਹ ਫੈਸਲਾ ਲਿਆ ਨਹੀਂ ਜਾ ਰਿਹਾ। ਅਸੀਂ ਹੌਲੀ ਹੌਲੀ ਇਹਨਾਂ ਨੂੰ ਮਾਨਸਿਕ ਤੌਰ ਤੇ ਤਿਆਰ ਵੀ ਕਰਦੇ ਹਾਂ ਵੀ ਅਗਰ ਸਾਨੂੰ ਇਹ ਫੈਸਲਾ ਲੈਣਾ ਪੈਂਦਾ ਹੈ ਤਾਂ ਤੁਸੀਂ ਸ਼ਾਂਤੀ ਰੱਖੋ, ਤੁਸੀਂ ਨਹੀਂ ਇਹ ਕਰਨਾਗਾ। ਆਪਾਂ ਇੱਕ ਲਾਈਨ ਬਣਾਵਾਂਗੇ ਨਾ। ਦੇਖੋ, ਇਹ ਅੰਦੋਲਨ ਜਿੱਤਣਾ ਹੈ ਔਰ ਇੱਕ ਤਰ੍ਹਾਂ ਦਾ ਇਹ ਮੰਨ ਲਈਏ ਵੀ ਡਿਕਟੇਟਰਸ਼ਿਪ ਸਰਕਾਰ ਦੇ ਨਾਲ ਲੜ ਰਹੇ ਹਾਂ ਅਸੀਂ। ਜਦੋਂ ਕਿਸੇ ਡਿਕਟੇਟਰਸ਼ਿਪ ਸਰਕਾਰ ਨਾਲ ਲੜੀਦਾ ਹੈ, ਉਦੋਂ ਸਾਨੂੰ ਲੰਬੀ ਪਲਾਨਿੰਗ ਬਣਾਉਣੀ ਪਏਗੀ। ਲੰਬੀ ਪਲਾਨਿੰਗ ਦੇ ਵਿੱਚ ਸਾਨੂੰ ਫਿਰ ਮਗਰ ਫੋਰਸ ਤਿਆਰ ਕਰਨੀ ਪੈਣੀ ਹੈ। ਮੰਨ ਲਓ ਇੱਕ ਸਾਡਾ ਆਗੂ ਬੈਠਦਾ, ਉਹਦੀ ਡੈਥ ਹੋ ਜਾਂਦੀ ਹੈ, ਉਦੋਂ ਅਗਲੇ ਪਾਸੇ ਕੋਈ ਆਦਮੀ ਨਹੀਂ ਅਨਸ਼ਨ ਤੇ ਬੈਠਣ ਵਾਲਾ, ਜਿਹੜਾ ਉਸ ਤੋਂ ਬਾਅਦ ਉਹ ਅਨਸ਼ਨ ਤੇ ਬੈਠੇ ਔਰ ਉਹ ਡੈੱਡ ਬੋਡੀ ਦਾ ਸੰਸਕਾਰ ਉਦੋਂ ਹੋਵੇ ਜਦੋਂ ਸਾਡੇ ਮਤਲਬ ਕਾਨੂੰਨ ਰੱਦ ਹੋ ਜਾਣਾ। ਭਾਵੇਂ ਸਾਡੇ 2 ਮਰਨ ਚਾਹੇ 5 ਮਰਨ ਚਾਹੇ ਇੱਥੇ ਹੀ ਰਹਿਣਗੇ ਤੁਹਾਡੇ ਕੋਲ ਜੇ ਸੰਘਰਸ਼ ਦੇ ਵਿੱਚ ਕੋਈ ਵੀ ਇਹੋ ਜਿਹਾ ਮਾਹੌਲ ਬਣਦਾ। ਜਗਜੀਤ ਸਿੰਘ ਜੀ, ਤੁਸੀਂ ਰੱਖੋ ਗੱਲ, ਕੀ ਰੱਖਣ ਲੱਗੇ ਸੀ? ਮੇਰਾ ਮਤਲਬ ਇਹ ਸੀਗਾ ਵੀ ਅਸੀਂ ਸ਼ਾਂਤਮਈ ਲੜਾਈ, ਜਿਹੜੀ ਸਾਡਾ ਪ੍ਰੋਟੈਸਟ ਹੈ, ਉਸ ਪ੍ਰੋਟੈਸਟ ਨੂੰ ਅੱਗੇ ਤੋਰਨ ਵਾਸਤੇ ਸਾਨੂੰ ਸਰਕਾਰ ਮਜਬੂਰ ਕਰ ਰਹੀ ਹੈ ਇਹੋ ਜਿਹੇ ਫੈਸਲੇ ਲੈਣ ਲਈ। ਔਰ ਸਾਨੂੰ ਸੋਚ ਹੈ ਸਾਡੀ ਕਿ ਜਿਵੇਂ ਸਾਡੀਆਂ ਭੈਣਾਂ ਬੀਬੀਆਂ ਪਿੱਛੇ ਬਜ਼ੁਰਗ ਬੈਠੇ ਨੇ, ਜਿਹੜੇ ਅੱਜ ਇੱਕ ਦਿਨ ਦੀ ਭੁੱਖ ਹੜਤਾਲ 'ਚ ਸਾਨੂੰ ਉਹਨਾਂ ਦਾ ਪਤਾ ਲੱਗ ਜੂਗਾ ਵੀ ਕਿੰਨੇ ਕੁ ਬੈਠਦੇ ਨੇ। ਉਹਨਾਂ ਸਾਰਿਆਂ ਨੂੰ ਅਸੀਂ ਸਮਝਾਉਣ ਦਾ ਯਤਨ ਵੀ ਕਰਾਂਗੇ ਨਾ ਕਿ ਤੁਸੀਂ ਨਾ ਇਹ ਕੰਮ ਕਰੋ, ਅਸੀਂ ਕਰਾਂਗੇ। ਜਗਜੀਤ ਸਿੰਘ ਜੀ, ਤੁਹਾਨੂੰ ਅੰਦਰ ਜਦੋਂ ਮੀਟਿੰਗਾਂ ਹੁੰਦੀਆਂ ਅਕਸਰ ਹੀ ਦੇਖਦੇ, ਅਸੀਂ ਤਾਂ ਚਲੋ ਬਾਹਰ ਹੁੰਦੇ ਆ, ਪਰ ਅੰਦਰ ਦਾ ਜਿਹੜਾ ਮਾਹੌਲ ਹੁੰਦਾ, ਤੁਸੀਂ ਬੈਠੇ ਹੁੰਦੇ ਹੋ, ਗੱਲਬਾਤ ਹੋ ਰਹੀ ਹੁੰਦੀ ਹੈ। ਆਖਰਕਾਰ ਤੁਹਾਨੂੰ, ਜੇ ਮੈਂ ਇੱਕ ਬੋਡੀ ਲੈਂਗੁਏਜ ਦੀ ਗੱਲ ਕਰਾਂ, ਮੈਂ ਅਕਸਰ ਹੀ ਗੱਲ ਕਰਦਾ ਹਾਵ ਭਾਵ। ਜਿਵੇਂ ਹੁਣ ਮੈਂ ਤੁਹਾਡੇ ਚੱਖਾ ਪਾ ਕੇ ਗੱਲ ਕਰ ਰਿਹਾ ਤਾਂ ਤੁਹਾਨੂੰ ਮੇਰਾ ਬੜਾ ਹਾਵ ਭਾਵ ਤੋਂ ਪਤਾ ਲੱਗ ਗਿਆ ਮੈਂ ਤੁਹਾਡੇ ਹਾਂ ਪੱਖੀ ਗੱਲ ਕਰਨੀ, ਨਾ ਪੱਖੀ ਗੱਲ ਕਰਨੀ। ਇੰਨੀਆਂ ਮੀਟਿੰਗਾਂ ਹੋ ਗਈਆਂ ਨੇ, ਤੁਹਾਨੂੰ ਕੀ ਆਸ ਲੱਗਦੀ ਹੈ? ਸਰਕਾਰ ਆਪਣਾ ਫੈਸਲਾ ਬਦਲੇਗੀ ਜਾਂ ਕਿਵੇਂ ਅਮੈਂਡਮੈਂਟ ਹੀ ਕਰਦੀ ਜਾ ਰਹੀ ਹੈ? ਦੇਖੋ, ਜਿਹੜੀ ਸਰਕਾਰ ਦੇ ਕੱਲ੍ਹ ਦੀਆਂ ਮਤਲਬ ਗੱਲਾਂ ਬਾਹਰ ਆਉਣ ਲੱਗੀਆਂ ਕਿ ਗੈਟ ਦੇ ਦਬਾਅ ਥੱਲੇ ਅਸੀਂ WTO ਦੇ ਦਬਾਅ ਥੱਲੇ ਆ, ਜਿਹਦੇ ਕਰਕੇ ਅਸੀਂ ਇਹ ਵਾਪਸ ਨਹੀਂ ਲੈ ਰਹੇ। ਤੇ ਮੈਨੂੰ ਉਦੋਂ ਦਾ ਹੀ ਪਤਾ ਸੀਗਾ ਵੀ ਇਹ ਗੈਟ ਦੇ ਦਬਾਅ ਥੱਲੇ ਹੋ ਰਿਹਾ ਸਾਰਾ ਕੁਝ ਜੀ, ਸ਼ੁਰੂ ਤੋਂ ਹੀ ਪਤਾ ਸੀ। ਲੇਕਿਨ ਇਹ ਜ਼ਰੂਰ ਆ ਗੱਲ ਵੀ ਸਰਕਾਰ ਕੰਬੀ ਹੋਈ ਹੈ, ਡਰੀ ਹੋਈ ਹੈ ਜੀ, ਆਪਦਾ ਦਬਾਅ ਵੀ ਰੱਖਣਾ ਚਾਹੁੰਦੀ ਹੈ। ਕਿ ਫੈਸਲਾ ਕਿਉਂ ਨਹੀਂ ਬਦਲ ਰਹੇ ਜੇ ਇੰਨਾ ਤੁਸੀਂ ਡਰਾ ਹੀ ਦਿੱਤਾ? ਮੈਂ ਦੱਸ ਦਿੰਦਾ, ਸਰਕਾਰ ਨੇ ਬਹੁਤ ਸਾਰੇ ਇਹੋ ਜਿਹੇ ਧੱਕੇ ਕਰਤੇ, CAAR ਵਰਗੇ, ਹੋਰ ਮਤਲਬ ਆਪਣਾ ਦੂਸਰਾ ਲੈ ਕੇ ਆਂਦਾ, ਧਾਰਾ 370 ਦੀ ਗੱਲ ਲੈ ਲਓ ਜਾਂ ਮਤਲਬ GST ਵਰਗੀ ਗੱਲ ਲੈ ਲਓ। ਬਹੁਤ ਸਾਰੇ ਫੈਸਲੇ ਤਕਰੀਬਨ ਸਰਕਾਰ ਦੇ ਟੋਟਲ ਫੈਸਲੇ ਗਲਤ ਹੋਏ ਨੇ। ਇਹ ਸਰਕਾਰ ਮੰਨੇ ਜਾਂ ਨਾ ਮੰਨੇ। ਜਿਹੜਾ ਇਹਨਾਂ ਨੇ ਨੋਟਬੰਦੀ ਦਾ ਲਿਆਂਦੀ,
ਆ ਕਿਸੇ ਅਰਥ ਸ਼ਾਸਤਰੀ ਤੋਂ ਰਾਇ ਨਹੀਂ ਕੀਤੀ, ਚੁੱਪ ਕਰਕੇ ਦੇ ਕਰਤਾ। ਉਹ ਸਿਰਫ ਇੱਕ ਇਲੈਕਸ਼ਨ ਦਾ ਖੇਡ ਸੀ ਉਹਨਾਂ ਦੀ, ਇਲੈਕਸ਼ਨ ਦੀ ਖੇਡ ਨੂੰ ਮੁੱਖ ਰੱਖਦੇ ਉਹਨਾਂ ਨੇ ਉਹ ਕਰਤਾ, ਲੇਕਿਨ ਕਿਸੇ ਅਰਥ ਸ਼ਾਸਤਰੀ ਦੇ ਨਾਲ ਉਹਦੇ ਤੇ ਵਿਚਾਰ ਚਰਚਾ ਨਹੀਂ ਕੀਤੀ। ਉਸੇ ਦਿਨ ਅਰਥ ਸ਼ਾਸਤਰੀਆਂ ਨੇ, ਮਾਹਰਾਂ ਨੇ ਸਾਡੇ ਨੇ ਇਹ ਕਹਿਦਾ ਸੀਗਾ ਕਿ ਦੇਸ਼ ਦੀ GDP ਡਿੱਗੇਗੀ। ਅੱਜ ਤੁਹਾਡੇ ਸਾਹਮਣੇ ਹੈ ਰਿਜ਼ਲਟ ਆ ਗਿਆ। ਜਿਸ ਪ੍ਰਧਾਨ ਮੰਤਰੀ ਦੇ ਕੋਲੋਂ GDP ਡਿੱਗ ਪਏ, ਜਿਸ ਪ੍ਰਧਾਨ ਮੰਤਰੀ ਦੇ ਹੁੰਦਿਆਂ ਲੋਕ ਨਾਰਾਜ਼ ਹੋ ਜਾਣ ਔਰ ਸਾਰੇ ਤਬਕੇ ਨਾਰਾਜ਼ ਹੋ ਜਾਣ। ਅੱਜ ਤੁਸੀਂ ਅੰਦਾਜ਼ਾ ਲਾਓ, ਮੁਸਲਿਮ ਭਾਈਚਾਰਾ ਵੀ ਨਾਰਾਜ਼ ਹੋ ਗਿਆ, ਇੱਕ ਹਿੱਸਾ ਇਹਨਾਂ ਦਾ ਹਿੰਦੂ ਭਾਈਚਾਰਾ ਵੀ ਨਾਰਾਜ਼ ਹੈ, ਔਰ ਜਿਹੜਾ ਚਲੋ ਸਿੱਖਾਂ ਨੂੰ ਨਾ ਕਰੋ, ਸਿੱਖ ਸ਼ਬਦ ਨਾ ਵਰਤੀਏ ਇੱਥੇ, ਕਿਸਾਨੀ ਸਾਰੀ ਨਾਰਾਜ਼ ਹੋ ਗਈ। ਜਿਹੜੇ ਇਹਨਾਂ ਨੇ ਮਤਲਬ ਮਜ਼ਦੂਰਾਂ ਪ੍ਰਤੀ ਕਾਨੂੰਨ ਬਣਾ ਕੇ ਲੈ ਕੇ ਆਂਦੇ, ਮਜ਼ਦੂਰ ਨਾਰਾਜ਼ ਕਰ ਲਏ, ਤਾਂ ਇੱਥੋਂ ਤੱਕ ਕੇ ਇਦੋਂ ਗਾਹਾਂ ਟੱਪ ਜੀਏ। ਜਿਹੜਾ ਦਲਿਤ ਭਾਈਚਾਰਾ ਹੈ ਉਹ ਵੀ ਇਹਨਾਂ ਦੇ ਨਾਲ ਦੇ ਉੱਤੇ ਆਪਣੀ ਨਾਰਾਜ਼ਗੀ ਜ਼ਾਹਰ ਕਰ ਰਿਹਾ ਹੈ। ਤਾਂ ਇਹੋ ਜਿਹਾ ਕੀ ਇਹੋ ਜਿਹਾ ਉਹ ਪ੍ਰਧਾਨ ਮੰਤਰੀ ਆਪਣੇ ਆਪ ਨੂੰ ਕਹਾਉਣ ਦਾ ਹੱਕਦਾਰ ਹੀ ਨਹੀਂ। ਇਮਾਨਦਾਰੀ ਨਾਲ ਜੇਕਰ ਉਹ ਆਪਣੀ ਕੁਰਸੀ ਨੂੰ ਸੰਭਾਲਿਆ ਤਾਂ ਐਸੀ ਲੋਕਾਂ ਨੇ ਨਾ ਜੀ, ਸਭ ਤੋਂ ਵੱਡੀ ਗੱਲ ਹੀ ਇਹ ਉੱਠਦੀ। ਦੇਖੋ ਗੱਲ ਕੀ ਹੈ, ਬਣਨਾ ਬਣਾਉਣਾ ਇੱਕ ਕਈ ਵਾਰੀ ਵਿਰੋਧਤਾ, ਉਹਨਾਂ ਨੇ ਲੰਮਾ ਸਮਾਂ ਰਾਜ ਕੀਤਾ, ਉਹਨਾਂ ਦੇ ਰਾਜ 'ਚੋਂ ਵਿਰੋਧ ਆ ਗਿਆ, ਉਸ ਰਾਜ ਦੇ ਵਿੱਚੋਂ ਚੱਕ ਕੇ ਇਹਨਾਂ ਨੂੰ ਬਣਾਤਾ। ਤਾਂ ਉਹ ਤੋਂ ਬਾਅਦ ਚਿਹਰਾ ਪਹਿਲੂ ਹੁੰਦਾ, ਚਿਹਰੇ ਨੂੰ ਵੇਖ ਕੇ ਵੋਟ ਪੈਂਦੀ। ਚਿਹਰਾ ਕੀ ਹੈ? ਤਾਂ ਪ੍ਰਧਾਨ ਮੰਤਰੀ ਦਾ ਚਿਹਰਾ ਸਭ ਤੋਂ ਵੱਡਾ ਸੀਗਾ ਦੇਸ਼ ਦੇ ਵਿੱਚ, ਤਾਂ ਮੈਂ ਕਹਿ ਸਕਦਾ ਵੀ ਉਹ ਜਿੱਤਦੇ ਰਹੇ ਜੀ। ਨਹੀਂ, ਇਹ ਕਹਿ ਲਓ ਤੁਸੀਂ। ਹੁਣ ਜਿਵੇਂ ਤੁਹਾਡੇ ਜਥੇਬੰਦੀ ਹੈ, ਇਹਨਾਂ ਦੇ ਵਿੱਚੋਂ ਵੀ ਚਿਹਰਾ ਅੱਗੇ ਆਏਗਾ, ਕੋਈ ਨਾ ਕੋਈ ਚਿਹਰਾ ਹੈ ਜਿਹੜਾ ਅੱਗੇ ਆ ਸਕਦਾ, ਜਿਹੜਾ ਅੱਗੇ ਆਣ ਕੇ ਜਿਹੜਾ ਬੋਲਦਾ। ਸਪੀਕਰ ਬਹੁਤ ਵਧੀਆ ਚਿਹਰਾ ਹੈ, ਕਿਉਂਕਿ ਹਰ ਜਥੇਬੰਦੀ ਜਾਂ ਸੰਘਰਸ਼ ਹਰ ਕੋਈ ਚਿਹਰਾ ਸਿਰਫ ਇੱਕ ਹੀ ਨਿਕਲਦਾ, ਤਾਂ ਉਹ ਚਿਹਰਾ ਗਾ ਆ ਕੇ ਬਹੁਤ ਉੱਚੀਆਂ ਜਗ੍ਹਾ ਤੇ ਪਹੁੰਚਦਾ ਜੀ। ਤੁਸੀਂ ਆਪਾਂ ਚਿਹਰੇ ਤੇ ਲੈ ਲਓ, ਉਹ ਕੀ ਚਿਹਰਾ ਹੈ ਜਿਹਨੇ BJP ਦਾ ਬੇੜਾ ਗਰਕ ਕਰਤਾ, ਦੇਸ਼ ਦਾ ਬੇੜਾ ਗਰਕ ਕਰਤਾ, ਉਹਨੂੰ ਅਸੀਂ ਕੀ ਚਿਹਰਾ ਮੰਨਾਂਗੇ? ਚਿਹਰਾ ਤਾਂ ਸੀ, ਉਹ ਬਣਨਾ ਚਾਹੀਦਾ ਸੀ। ਪਰ ਹੁਣ 31 ਜਥੇਬੰਦੀਆਂ ਦਾ ਚਿਹਰਾ ਇੱਕ ਕਹਿ ਸਕਦੇ ਅਸੀਂ। 31 ਜਥੇਬੰਦੀਆਂ ਜਾਂ 32 ਜਥੇਬੰਦੀਆਂ, ਸਾਰਾ ਇੱਕ ਚਿਹਰਾ ਹੈ। ਭੁੱਖ ਹੜਤਾਲ ਤੁਸੀਂ ਰੱਖ ਰਹੇ ਹੋ, ਪਰ ਸਭ ਤੋਂ ਵੱਡੀ ਗੱਲ ਹੈ ਸੰਘਰਸ਼ ਨੂੰ ਲੰਮਾ ਲਿਜਾਣ ਦੀ ਰਣਨੀਤੀ। ਇਹ ਤਾਂ ਚਲੋ ਤੁਸੀਂ ਇਹ ਮੇਰੇ ਨਾਲ ਗੱਲ ਨਹੀਂ ਕਰੋਗੇ ਕੱਲ ਮੀਟਿੰਗ 'ਚ ਕੀ ਹੋਣਾ, ਪਰ ਪਿੱਛੇ ਜਦੋਂ ਹਾਲਾਤ ਦੇਖਦੇ ਆ, ਨੌਜਵਾਨ ਵਰਗ ਹੈ, ਹਰ ਵਰਗ ਇੱਥੇ ਪਹੁੰਚਿਆ, ਕਿਸਾਨ ਹੈ, ਇਹ ਕਿਸ ਤਰ੍ਹਾਂ ਦੀ ਤੁਸੀਂ ਰਣਨੀਤੀ ਬਣਾ ਰਹੇ ਹੋ ਲੰਮਾ ਲਿਜਾਣ ਵਾਸਤੇ? ਸਭ ਤੋਂ ਵੱਡੀ ਗੱਲ ਹੈ, ਬਹੁਤ ਵੱਡਾ ਸਵਾਲ ਹੈ ਜਗਜੀਤ ਸਿੰਘ ਜੀ। ਮੈਂ ਤੁਹਾਨੂੰ ਇਹ ਵੀ ਦੱਸ ਦਿੰਦਾ, ਸਾਡਾ ਨੌਜਵਾਨ, ਸਾਡੀਆਂ ਟਰਾਲੀਆਂ ਦੇ ਵਿੱਚ ਤੁਸੀਂ ਜਾ ਕੇ ਚੈੱਕ ਕਰੋ, ਜੇ ਉਹ ਟਰਾਲੀਆਂ ਦੇ ਵਿੱਚ 3-3 ਮਹੀਨਿਆਂ ਦਾ ਰਾਸ਼ਨ ਲੈ ਕੇ ਆਏ ਨੇ, ਬਿਲਕੁਲ ਜੀ ਬਿਲਕੁਲ, ਤਾਂ ਇਹਦਾ ਮਤਲਬ ਮਾਨਸਿਕ ਤੌਰ ਤੇ 3-3 ਮਹੀਨਿਆਂ ਦਾ 4-4 ਮਹੀਨੇ ਦੀ ਤਿਆਰੀ ਕਰਕੇ ਆਏ ਨੇ, ਹੈਨਾ। ਲੰਬਾ ਲਿਜਾਣ ਵਾਸਤੇ ਸਾਨੂੰ ਕੋਈ ਵੱਖਰਾ ਪ੍ਰੋਗਰਾਮ ਦੇਣ ਦੀ ਲੋੜ ਨਹੀਂ। ਉਹ ਸਮਝ ਰੱਖਦੇ ਆ ਵੀ ਇਹ ਅੰਦੋਲਨ ਲੰਮਾ ਚੱਲੇਗਾ। ਇਹੋ ਜਿਹੇ ਜਿਹੜੇ ਅੰਦੋਲਨ ਹੁੰਦੇ ਨੇ ਉਹ ਲੰਬੇ ਚੱਲ ਕੇ ਹੀ ਮਤਲਬ ਸਰਕਾਰਾਂ ਨੂੰ ਦੀ ਗੋਡੀ ਲੱਗਦੀ ਹੁੰਦੀ ਹੈ, ਔਰ ਸਰਕਾਰ ਨੇ ਉਦੋਂ ਮੰਨਣਾ ਹੈ ਜਦੋਂ ਸਰਕਾਰ ਨੂੰ ਪਤਾ ਲੱਗਾ ਕਿ ਸਾਡਾ ਪੋਲੀਟੀਕਲੀ ਨੁਕਸਾਨ ਹੋ ਰਿਹਾ ਹੈ। ਹੋਰ ਕਿਸੇ ਗੱਲ ਤੋਂ ਸਰਕਾਰ ਪਿੱਛੇ ਨਹੀਂ ਹਟਦੀ। ਆਖਰੀ 'ਚ ਸਾਰੇ ਕਿਸਾਨੀ ਸੰਘਰਸ਼ ਦੇ ਵਿੱਚ ਨੌਜਵਾਨ, ਮਾਤਾਵਾਂ, ਬਜ਼ੁਰਗ ਜਿੰਨੇ ਵੀ, ਉਹਨਾਂ ਨੇ ਕੀ ਸੁਨੇਹਾ ਦੇਣਾ ਚਾਹੁੰਦੇ ਹੋ? ਆਪਾਂ ਕਿਸ ਤਰ੍ਹਾਂ ਸੰਘਰਸ਼ ਨੂੰ ਕਾਇਮ ਰੱਖਣਾ? ਹਾਂ, ਮੈਂ ਆਪ ਜੀ ਦੇ ਮਾਧਿਅਮ ਦੇ ਰਾਹੀਂ ਹਰ ਨੌਜਵਾਨ ਨੂੰ, ਹਰ ਬਜ਼ੁਰਗ ਨੂੰ, ਹਰ ਸਾਡੀ ਧੀ ਨੂੰ, ਹਰ ਸਾਡੀ ਭੈਣ ਨੂੰ ਜਿਹੜੇ ਇਸ ਅੰਦੋਲਨ ਦੇ ਵਿੱਚ ਸ਼ਾਮਲ ਬੈਠੇ ਨੇ, ਉਹਨਾਂ ਨੂੰ ਮੈਂ ਬੇਨਤੀ ਕਰੂੰਗਾ ਕਿ ਇੱਥੇ ਸ਼ਾਂਤੀ ਬਹੁਤ ਜ਼ਰੂਰੀ ਹੈ। ਬਿਲਕੁਲ, ਸਭ ਤੋਂ ਜ਼ਰੂਰੀ ਤਾਂ ਇਹ ਹੈ ਵੀ ਹੁੱਲੜਬਾਜੀ ਨਹੀਂ ਹੋਣੀ ਚਾਹੀਦੀ। ਦੇਖੋ ਗੱਲ ਕੀ ਹੈ, ਹੁੱਲੜਬਾਜੀ ਦੀ ਗੱਲ ਵੀ ਹੈ ਜਿਹੜੀ ਸਾਡੇ ਸਟੇਜ ਤੋਂ ਵੀ ਅੱਜ ਕਹੀ ਗਈ ਗੱਲ ਇਹ ਕਿ ਤਕਰੀਬਨ ਸਾਨੂੰ ਅੱਜ 16-17 ਦਿਨ ਹੋ ਗਏ ਬੈਠਿਆਂ ਨੂੰ, ਤੇ 11 ਕਿਸਾਨ ਸਾਡੇ ਸ਼ਹੀਦ ਹੋ ਗਏ। ਜਦੋਂ ਸਾਡੇ 11 ਵਿਅਕਤੀ ਸਾਡੇ ਚੋਂ ਨਿਕਲ ਗਏ ਨੇ, ਤਾਂ ਜਿਹੜੇ ਬੱਚੇ ਭੰਗੜਾ ਪਾਉਂਦੇ ਨੇ ਉਹ ਐਂ ਲੱਗਦਾ ਹੈ ਵੀ ਯਾਰ ਇਹਨਾਂ ਨੂੰ ਫਿਕਰ ਨਹੀਂਗਾ ਵੀ ਸਾਡਾ ਬੰਦਾ ਮਰ ਗਿਆ, ਇਹਨਾਂ ਨੂੰ ਦਰਦ ਨਹੀਂ, ਸਾਡੀ ਏਕਤਾ ਨਜ਼ਰ ਨਹੀਂ ਆ ਰਹੀ ਉਹਦੇ ਚੋਂ। ਤੋ ਇਸ ਕਰਕੇ ਸਾਡਾ ਮਤਲਬ ਹੈ ਵੀ ਇਹੋ ਜਿਹੀ ਕੋਈ ਕਾਰਵਾਈ ਨਾ ਕੀਤੀ ਜਾਵੇ। ਦੂਜੀ ਗੱਲ, ਸਫਾਈ ਦਾ ਖਾਸ ਕਰਕੇ ਧਿਆਨ ਰੱਖਿਆ ਜਾਏ, 4 ਚੁਫੇਰੇ ਸੜਕਾਂ ਦੇ ਸਫਾਈ ਦਾ ਧਿਆਨ ਰੱਖਿਆ ਜਾਏ, ਔਰ ਜਿਹੜਾ ਸਾਨੂੰ ਇੱਥੋਂ ਤੱਕ ਵੀ ਹੁੰਦਾ ਕਰਨਾ ਪਊਗਾ। ਪਰ ਤੁਸੀਂ ਆਪਦੇ ਤੌਰ ਤੇ ਕੀ ਕਰ ਰਹੇ ਹੋ? ਜਿਵੇਂ 32 ਜਥੇਬੰਦੀਆਂ, ਤੁਸੀਂ ਸਾਰੇ ਇਕੱਠੇ ਹੀ ਹੋ ਨਾ, ਤੇ ਤੁਸੀਂ ਸਫਾਈ ਦੇ ਸੰਬੰਧਿਤ ਕਹਿ ਲਈਏ ਕਿਸ ਤਰ੍ਹਾਂ ਦੇ ਪ੍ਰਬੰਧ ਕਰ ਰਹੇ ਹੋ? ਸਾਡੇ ਨੌਜਵਾਨ ਤੁਸੀਂ ਦੇਖਿਆ ਕਰੋ, ਚੈੱਕ ਕਰਿਆ ਕਰੋ, ਸਾਡੇ ਨੌਜਵਾਨਾਂ ਨੇ ਟਰਾਲੀਆਂ ਦੇ 4 ਚੁਫੇਰੇ ਆਪਦਾ ਏਰੀਆ ਸਾਰੇ ਸਾਫ਼ ਕਰਦੇ ਨੇ। ਮੈਂ ਉਦੋਂ ਵੀ ਗਾਹਾਂ ਵੱਧ ਕੇ ਕਹੂੰਗਾ ਕਿ ਸਫਾਈ ਦਾ ਹੋਰ ਵੀ ਧਿਆਨ ਕਰੋ, ਔਰ ਸਾਨੂੰ ਇੱਥੇ ਜ਼ਰੂਰਤ ਪੈਂਦੀ ਹੈ ਤਾਂ ਜਥੇਬੰਦੀ ਤੁਹਾਡੇ ਨਾਲ ਹੈ, ਕਿਸੇ ਵਕਤ ਵੀ ਮਿਲ ਸਕਦੇ ਤਾਂ ਕੋਈ ਕਿਸੇ ਵੇਲੇ ਵੀ। ਦੂਸਰੀ ਗੱਲ ਹੋਰ ਹੈ, ਸਾਡੀ ਕੱਲ ਗੱਲ ਹੋਈ ਸੀ ਮੁੰਡਿਆਂ ਨਾਲ, ਕੋਈ NRI ਮਦਦ ਕਰਨੀ ਚਾਹੁੰਦੇ ਨੇ, ਅਸੀਂ ਉਹਨਾਂ ਨੂੰ ਇਹ ਬੇਨਤੀ ਕਰਾਂਗੇ ਕਿ ਸਾਨੂੰ ਮੋਬਾਈਲ ਟਾਇਲਟ ਉਹ ਅਰੇਂਜ ਕਰਵਾ ਦੇਣ, ਤਾਂ ਕਿ ਜਿਹੜੇ ਬੰਦੇ ਤੁਰ ਫਿਰ ਨਹੀਂ ਸਕਦੇ, ਦੂਰ ਨਹੀਂ ਜਾ ਸਕਦੇ, ਉਹਨਾਂ ਦਾ ਇੱਥੇ ਮਸਲਾ ਹੱਲ ਹੋ ਸਕੇ। ਬਹੁਤ ਬਹੁਤ ਧੰਨਵਾਦ, ਤੁਸੀਂ ਹੁਣੇ ਟੀਵੀ ਲਈ ਆਪਦਾ ਕੀਮਤੀ ਸਮਾਂ ਕੱਢਿਆ।
ਬਹੁਤ ਬਹੁਤ ਧੰਨਵਾਦ ਜੀ। ਸਰ ਤਾਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਜਿਹੜੀ ਹੈ ਅੱਜ ਕਿਸਾਨੀ ਸੰਘਰਸ਼ ਦੇ ਵਿੱਚ ਮਾਹੌਲ ਬਣਿਆ, ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਸੰਘਰਸ਼ ਨੂੰ ਲੰਮਾ ਕਿਵੇਂ ਲਿਜਾਇਆ ਜਾ ਸਕਦਾ ਹੈ। ਸਭ ਤੋਂ ਵੱਡੀ ਰਣਨੀਤੀ ਇਹ ਹੋਏਗੀ ਆਉਣ ਵਾਲਾ ਸਮੇਂ ਦੇ ਵਿੱਚ ਕਿਸ ਤਰ੍ਹਾਂ ਜਥੇਬੰਦੀ ਫੈਸਲੇ ਲੈਂਦੀ ਹੈ। ਤਾਂ ਤੁਸੀਂ ਇਸੇ ਤਰ੍ਹਾਂ ਆਉਣੇ ਟੀਵੀ ਨਾਲ ਜੁੜੇ ਰਹੋ। ਜਾਣੀ ਕਿ ਮੈਨੂੰ ਗੁਰਲਾਲ ਸਿੰਘ ਤੇ ਮੇਰੇ ਸਾਥੀ ਗੁਰਬੀਰ ਨੂੰ ਦਿਓ ਇਜਾਜ਼ਤ। ਤੁਸੀਂ ਦੇਖਦੇ ਰਹਿਣਾ ਆਉਣੇ ਟੀਵੀ।